ਤੁਸੀਂ ਮੈਨੂੰ ਜਾਣਦੇ ਹੋ ਕਿ ਨਹੀਂ ਜੀ? ਨਹੀਂ। ਮਨੂ ਭਟਾਰਾ ਮੇਰਾ ਨਾਮ ਆ, ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਆ। 1 ਵਜੇ ਮੈਂ ਘਰੋਂ ਉੱਠ ਕੇ ਆਇਆ, ਬੰਦਿਆਂ ਨੇ ਮੈਨੂੰ ਆਵਾਜ਼ਾਂ ਮਾਰੀਆਂ। ਮਨੂ ਭਟਾਰਾ ਕੌਣ ਜਾਣਦਾ? ਤਾਂ ਮੈਂ ਕੌਣ ਆ ਜੀ? ਦੇ ਬੰਦੇ ਸਿਵਲ ਹਸਪੀਟਲ ਤੋਂ ਸ਼ਿਫਟ ਕਰਕੇ ਉੱਥੇ ਗਏ ਆ। ਤੁਸੀਂ 1.5 ਘੰਟਾ ਹੋ ਗਿਆ ਡਾਕਟਰ ਸਾਹਿਬ, ਤੁਸੀਂ ਆਏ ਨਹੀਂ ਉੱਥੇ। ਪੋਰ ਕਲਾਸ ਕਿੰਨਾ ਮੁਲਾਜ਼ਮ ਆ ਜੀ, ਉਹਨਾਂ ਦਾ ਇਸ ਗੱਲ ਦਾ ਧੰਨਵਾਦ ਕਰੂੰਗਾ। ਸਟ੍ਰਾਈਕ ਦੀ ਪਾਲਣਾ ਸਟ੍ਰਾਈਕ 'ਚ ਕਰਦੇ ਆ। ਨਾਗਰਿਕ ਹੋਣ ਹੋਏ ਸ਼ਹਿਰ ਦੇ ਤਾਂ ਤੁਹਾਡੇ ਮੁਲਾਜ਼ਮ ਨੇ ਇੱਕ ਸ਼ਹਿਰ ਦੇ ਨਾਗਰਿਕ ਹੁੰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਪਰ ਤੁਸੀਂ ਬੰਦਾ ਹੁਣੇ ਟਾਂਗ ਸਟਿਚਸ ਕਰਕੇ ਆਇਆ ਵਾ ਜੀ। ਐਡਾ ਮਾੜਾ ਕੰਮ ਕੀਤਾ ਹੈ ਤੁਹਾਡੇ ਤੇ FIR ਕਰਾਉਣ ਲਈ ਮੈਨੂੰ ਆਪਣੇ ਬਿਆਨ ਨਾ ਦੇਣੇ ਮੈਂ ਡਾਕਟਰ ਸਾਹਿਬ ਦਊਂਗਾ। ਹੁਣ ਤੁਹਾਡਾ ਮੁਲਾਜ਼ਮ ਤਾਂ ਕੋਈ ਨਹੀਂ ਕਰਨ ਵਾਲਾ ਇੱਥੇ ਹੈਗਾ ਜੀ। ਸਵੇਰੇ ਸਬ ਡਿਵੀਜ਼ਨ ਮੈਜਿਸਟ੍ਰੇਟ ਨਾਲ ਮੈਂ ਗੱਲ ਕਰੂੰ ਕਿ ਆ ਸ਼ਰਾਬਾਂ ਪੀ ਕੇ ਤੁਸੀਂ ਸਿਵਲ ਹਸਪਤਾਲ ਚਲਾਣਾ। ਧਾਰਾ ਸਾਹਿਬ ਅਸੀਂ ਇੱਥੇ ਬੈਠੇ ਹੋਏ ਆ, ਗੱਲ ਸ਼ਰਾਬ ਹੈ ਨਹੀਂ ਗਾ। ਨੇ ਉੱਥੇ ਜਾਂਦਿਆਂ ਨੇ ਦੇਖਿਆ ਕਿ ਇੱਕ 108 ਨੰਬਰ ਕਿਹੜੀ ਐਂਬੂਲੈਂਸ ਆ ਉਹ ਇੱਕ ਗਰਭਵਤੀ ਮਹਿਲਾ ਨੂੰ ਲੈ ਕੇ ਆਈ ਆ, ਉੱਥੇ ਛੱਡ ਕੇ ਚਲੀ ਗਈ। ਔਰ ਉੱਥੇ ਇੱਕ ਵੀ ਡਾਕਟਰ ਅਵੇਲੇਬਲ ਨਹੀਂ, ਕੋਈ ਬੰਦਾ ਉੱਥੇ ਅਵੇਲੇਬਲ ਨਹੀਂ, ਕੋਈ 4 ਕਲਾਸ ਨਹੀਂ, ਕੋਈ ਬੰਦਾ ਉੱਥੇ ਅਵੇਲੇਬਲ ਨਹੀਂ ਸੀਗਾ। 15 ਤੋਂ 20 ਮਿੰਟ ਪੁੱਛਿਆ ਕਿ ਡਾਕਟਰ ਸਾਹਿਬ ਕਿੱਥੇ ਨੇ, ਕੋਈ ਵੀ ਡਾਕਟਰ ਹੋਣਾ ਤਾਂ ਚਾਹੀਦਾ ਜੀ। ਉਹ ਕਹਿੰਦੇ ਜੀ ਡਾਕਟਰ ਸਾਹਿਬ ਆਉਂਦੇ ਨੇ। ਉਹ ਵਿਚਾਰਿਆਂ ਕੋ ਉੱਠ ਨਹੀਂ ਹੋ ਰਿਹਾ ਸੀ ਡਾਕਟਰ ਸਾਹਿਬ ਕੋ। ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਕਿਸੇ ਫੰਕਸ਼ਨ ਨੂੰ ਅਟੈਂਡ ਕਰਕੇ ਆਏ ਹੋ, ਤੁਸੀਂ ਜੇ ਬਾਈ ਚਾਂਸ ਡਰਿੰਕ ਕੀਤੀ ਹੋ ਤਾਂ ਤੁਹਾਨੂੰ SMO ਦੇ ਕੋਲੋਂ ਛੁੱਟੀ ਲੈਣੀ ਚਾਹੀਦੀ ਹੈ। ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦਾ ਕਿ ਇੱਦਾਂ ਦੇ ਡਾਕਟਰਾਂ ਤੇ FIR ਲੌਜ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ ਤੁਸੀਂ ਔਨ ਡਿਊਟੀ ਹੋ? ਹਾਂਜੀ ਡਾਕਟਰ ਸਾਹਿਬ ਤੇ ਤੁਸੀਂ ਔਨ ਡਿਊਟੀ ਹੋ? ਹਾਂਜੀ ਹਾਂਜੀ। ਤੁਹਾਡੀ ਰਿਸਪੌਂਸਿਬਿਲਟੀ ਨਹੀਂ ਬਾਹਰ ਪੇਸ਼ੈਂਟ ਆਏ? ਨਹੀਂ, ਉਹ ਤਾਂ ਮੇਰੇ ਕੋਲ ਪੇਸ਼ੈਂਟ ਦੱਸਦੇ ਆ। ਹਾਂਜੀ ਪੇਸ਼ੈਂਟ ਜਾਂ ਜਿਹੜਾ ਕਾਸਫੋਰ ਆ ਉਹ ਦੱਸਦਾ ਨਾ। ਐਕਸਪੈਕਟਿੰਗ ਮਦਰ, ਦਰਦਾਂ ਉਹਨਾਂ ਦੇ ਹੋਈਆਂ ਆ, ਪਾਰਟੀਆਂ ਉੱਥੋਂ ਛੱਡ ਕੇ ਸਿਵਲ ਹਸਪੀਟਲ 'ਚ ਗਈਆਂ ਆ। ਤੁਸੀਂ ਮੈਨੂੰ ਜਾਣਦੇ ਹੋ ਕਿ ਨਹੀਂ ਜੀ? ਨਹੀਂ। ਮਨੂ ਭਟਾਰਾ ਮੇਰਾ ਨਾਮ ਆ, ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ ਆ। 1 ਵਜੇ ਮੈਂ ਘਰੋਂ ਉੱਠ ਕੇ ਆਇਆ, ਬੰਦਿਆਂ ਨੇ ਮੈਨੂੰ ਆਵਾਜ਼ਾਂ ਮਾਰੀਆਂ। ਮਨੂ ਭਟਾਰਾ ਕੌਣ ਜਾਣਦਾ? ਤਾਂ ਮੈਂ ਕੌਣ ਆ ਜੀ? ਸ਼ਹਿਰ ਦੇ ਬੰਦੇ ਸਿਵਲ ਹਸਪੀਟਲ ਤੋਂ ਸ਼ਿਫਟ ਕਰਕੇ ਉੱਥੇ ਗਏ ਆ। ਤੁਸੀਂ 1.5 ਘੰਟਾ ਹੋ ਗਿਆ ਡਾਕਟਰ ਸਾਹਿਬ, ਤੁਸੀਂ ਆਏ ਨਹੀਂ ਉੱਥੇ। ਤੁਹਾਡੀ ਕੋਈ ਰਿਸਪੌਂਸਿਬਿਲਟੀ ਨਹੀਂ? ਜਿਹੜਾ ਡਿਲੀਵਰੀ ਕੇਸ ਹੈ ਨਾ ਬਈ, ਉਹ ਨਹੀਂ ਹੋ ਰਿਹਾ ਹੈਗਾ। ਉਹ ਫਿਰ ਤੁਸੀਂ ਤਾਂ ਮਿਲੋ ਉਹਨਾਂ ਨੂੰ, ਤੁਸੀਂ ਤਾਂ ਸੁੱਤੇ ਪਏ ਆਰਾਮ ਨਾਲ। ਉਹ ਕਿਹਨਾਂ ਦਾ ਡਿਲੀਵਰੀ ਕੇਸ ਆ, ਉਹ ਮਰੇ ਫਿਰਦੇ ਆ। ਉਹ ਮਦਰ ਨੂੰ ਇੱਕ ਡਾਕਟਰ ਦੀ ਕਿਹੜੀ ਪਦਵੀ ਹੈ ਨਾ ਡਾਕਟਰ ਸਾਹਿਬ, ਉਹ ਰੱਬ ਦੇ ਨਾਲ ਮਿਲਾਈ ਜਾਂਦੀ ਆ। ਤੁਸੀਂ ਇੱਥੇ ਸੁੱਤੇ ਪਏ। ਇਹ ਬਹੁਤ ਹੀ ਵਧੀਆ ਗੱਲ ਨਹੀਂ ਤੁਹਾਡੇ ਲਈ ਜੀ। ਆ ਯਾਰ ਚਲੀਏ ਉਹਨਾਂ ਨਾਲ ਗੱਲ ਕਰਦੇ ਆ, ਸਬ ਡਿਵੀਜ਼ਨ ਮੈਜਿਸਟ੍ਰੇਟ ਨਾਲ। ਆਹ ਹਾਲਾਤ ਬਣਾਤੇ ਯਾਰ ਔਨ ਡਿਊਟੀ ਡਾਕਟਰ ਨੇ। ਸੋ ਦੋਸਤੋ, ਤੁਹਾਨੂੰ ਇਸ ਟਾਈਮ ਡਾਕਟਰ ਸਾਹਿਬ ਦੇ ਹਾਲਾਤ ਦਿਖਾਏ ਨੇ। ਇਹ ਸਿਵਲ ਹਸਪੀਟਲ ਨਕੋਦਰ ਆ ਜਿੱਥੇ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਨੇ। ਕਿਹੜੇ ਪ੍ਰਸ਼ਾਸਨ ਨੂੰ ਮੈਂ ਦੇਖਾਂ, ਕਿਹੜਿਆਂ ਨੂੰ ਪੁੱਛਾਂ ਕਿ ਕੌਣ ਕਰੇ? ਸਾਡੇ ਸ਼ਹਿਰ ਦਾ ਨਹੀਂ ਸੀ ਮਰੀਜ਼, ਪਰ ਉਹ ਇੱਕ ਹਿਊਮਨ ਬੀਇੰਗ ਤਾਂ ਹੈ, ਇੱਕ ਮਾਂ ਤਾਂ ਬਣਨ ਵਾਲੀ ਆ ਲੇਡੀ। ਉਹਦੇ ਨਾਲ ਐਡਾ ਵੱਡਾ ਵਿਤਕਰਾ। ਇਹਨਾਂ ਤੇ ਮੁਕੱਦਮੇ ਦਰਜ ਕਰਕੇ ਪ੍ਰਸ਼ਾਸਨ ਇਹ ਸਾਬਤ ਕਰੇ ਕਿ ਅਸੀਂ ਜੀਂਦੇ ਆ। ਇਹਨਾਂ ਦੇ ਪਰਚੇ ਦਰਜ ਕੀਤੇ ਜਾਣ ਇਹੋ ਜਿਹੇ ਡਾਕਟਰਾਂ ਦੇ। ਭਾਈ ਫੰਕਸ਼ਨ ਆ, ਮੈਂ ਜਿਹੜਾ ਮਰਜ਼ੀ ਹੋਵੇ, ਆਪਾਂ ਇਹਨਾਂ ਵਿੱਚੋਂ ਕੀ ਲੈਣਾ? ਡਾਕਟਰ ਸਾਹਿਬ ਬਿਠਣਾ ਨਹੀਂ ਤਾਂ ਦੇਖੋ, ਇਹ ਸੈਂਟੀਮੈਂਟਲ ਕੇਸ ਆ ਮੇਰਾ, ਇਹ ਸ਼ਹਿਰ ਦਾ ਕੇਸ ਆ। ਇਹਦੇ ਕਰਕੇ ਤੁਹਾਡੇ ਕੋਲ ਆਏ ਆ। ਤੁਸੀਂ ਦੇਖੋ ਡਰਿੰਕ ਕੀਤੀ ਆ, ਔਨ ਡਿਊਟੀ ਤੁਸੀਂ ਹੈਗੇ ਹੋ, ਜਾਂ ਛੁੱਟੀ ਲੈ ਕੇ ਘਰ ਚਲੇ ਜਾਓ। ਨਹੀਂ, ਆਪਾਂ ਕੁਝ ਨਹੀਂ ਹੈਗੇ ਆ। ਡਾਕਟਰ ਸਾਹਿਬ ਮੇਰੀ ਇੱਕ ਬੇਨਤੀ ਸੁਣਿਆ ਹੁੰਦਾ ਜੀ, ਸ਼ਹਿਰਦਾਰ ਹਾਂ ਆਪਾਂ ਸਾਰੇ ਜਣੇ ਜੀ। ਹਾਂਜੀ ਹਾਂਜੀ। ਅਸੀਂ ਰਾਤ ਨੂੰ 1:30 ਵਜੇ ਉੱਠ ਕੇ ਆਈਏ, ਠੀਕ ਹੈ ਜੀ। ਤੁਸੀਂ ਤਨਖਾਹ ਲੈਂਦੇ, ਅਸੀਂ ਬਗੈਰ ਤਨਖਾਹ ਤੋਂ ਕੰਮ ਕਰਦੇ ਆ। ਪਰ ਤੁਹਾਡੇ ਜਿਹੜਾ ਹਾਲਾਤ ਨੇ, ਮੇਰੀ ਸੁਣਿਓ ਗੱਲ ਜੀ, ਮੇਰੀ ਮਨਸ਼ਾ ਪਰਸਨਲੀ ਇਹ ਹੈ ਕਿ ਤੁਹਾਡਾ ਮੁਲਾਜ਼ਾ ਹੋਣਾ ਚਾਹੀਦਾ। ਸੱਚ ਤੁਹਾਨੂੰ ਦੱਸਦਾ, ਜਿੱਦਾਂ ਦੇ ਹਾਲਾਤ ਹੋਏ ਪਏ ਆ, ਤਾਂ ਤੁਸੀਂ ਮੈਨੂੰ ਇਹ ਦੱਸੋ ਕਿਹੜੇ ਡਾਕਟਰ ਨੂੰ ਆਵਾਜ਼ ਮਾਰਾਂ ਤੁਹਾਡਾ ਮੁਲਾਜ਼ਾ ਕਰਾਓ, ਮੇਰਾ ਵੀ ਕਰਾ ਲਓ। ਨਹੀਂ, ਤੁਹਾਡੇ ਕੋਲ ਸਿਰਫ ਇਹ ਪੁੱਛਣਾ, ਜੇ ਤੁਸੀਂ ਫੰਕਸ਼ਨ 'ਚ ਜਾ ਕੇ ਕਿਤੇ ਡਰਿੰਕ ਕਰਕੇ ਆਏ ਹੋ, ਕਿਤੇ ਵੀ ਜਾ ਕੇ ਆਏ ਹੋ, ਤੁਹਾਨੂੰ ਔਨ ਡਿਊਟੀ ਆਉਣ ਦਾ ਫਰਜ਼ ਹੀ ਨਹੀਂ। ਤੁਸੀਂ ਆਪਣੇ SMO ਨੂੰ ਕਹੋ ਕਿ ਮੇਰੀ ਡਰਿੰਕ ਕੀਤੀ ਹੋਈ ਹੈ ਜੀ, ਮੈਂ ਕਿਸੇ ਪੇਸ਼ੈਂਟ ਨੂੰ ਨਹੀਂ ਦੇ ਸਕਦਾ। ਡਾਕਟਰ ਸਾਹਿਬ ਇੰਨਾ ਤਾਂ ਆਪਾਂ ਨੂੰ ਕਰਨਾ ਪਊ। ਰੱਬ ਦਾ ਰੂਪ ਆ ਤੁਸੀਂ। ਕਿਤੇ ਬਾਹਰ ਜਾ ਕੇ ਦੇਖੋ, ਲੋਕੀ ਇੱਕ ਟੀਚਰ ਦੇ ਤੇ ਇੱਕ ਡਾਕਟਰ ਨੂੰ ਆਪਣਾ ਰੱਬ ਸਮਝਦੇ ਆ। ਤੁਸੀਂ ਇਹਦੇ ਹਾਲਾਤ ਬਣਾ ਦੂਗੇ। ਨਕੋਦਰ ਦਾ ਕੀ, ਨਕੋਦਰ ਦਾ ਸਾਡੇ ਦਾ ਬਾਲੀਵਾਲ ਹੈ ਨਹੀਂਗਾ ਕੋਈ।
ਪਟਾਰਾ ਸਾਹਿਬ ਆਪਾਂ ਤੁਹਾਡੇ ਤੋਂ ਕੋਈ ਸਰ ਐਕਸਪੈਕਟਿੰਗ ਮਦਰ, ਗਰਭਵਤੀ ਮਹਿਲਾ, ਉਹਦੇ ਨਿਆਣਾ ਹੋਣ ਵਾਲਾ, ਇੱਥੋਂ 1.5 ਘੰਟਾ ਖੜੇ ਹੋ ਕੇ ਚੱਲ ਗਏ, ਤੁਸੀਂ ਇੱਥੇ ਸੁੱਤੇ ਪਏ। ਗਵਾਹ ਆ ਭਾਜੀ, ਮੈਂ ਆਪਣੀ ਗੱਡੀ ਛੱਡ ਕੇ ਆਇਆ, ਮੈਂ ਗਵਾਹ ਆ। ਇਹ ਗਗਨ ਮੈਂ ਸਵੇਰੇ ਆਉਂਗਾ ਭਾਜੀ। ਉਹ ਜਿਹੜਾ ਹੁਣ ਆ ਨਾ ਘੱਟੋ ਘੱਟ 10 ਕੇ 12 ਦਿਨ ਹੋ ਗਏ ਆ, ਆਪਣੇ ਜਿਹੜੇ ਆ ਜਿੰਨਾ ਵੀ ਸਟਾਫ ਹੈਗਾ ਭਟਾਰਾ ਸਾਹਿਬ ਨਾ, ਉਹ ਸਾਰਾ ਸਟ੍ਰਾਈਕ ਤੇ ਹੈ। ਤੁਸੀਂ ਡਾਕਟਰਸ ਵੀ ਸਟ੍ਰਾਈਕ ਤੇ ਜੀ? ਨਹੀਂ, ਡਾਕਟਰ ਸਟ੍ਰਾਈਕ ਤੇ ਫਿਰ ਡਾਕਟਰ ਅਵੇਲੇਬਲ ਤਾਂ ਡਾਕਟਰ ਦੀ ਲੋੜ ਆ ਉੱਥੇ, ਸਟਾਫ ਦੀ ਤਾਂ ਲੋੜ ਹੀ ਨਹੀਂ। ਮੈਂ ਤਾਂ ਇੱਥੇ ਦਾ 4 ਕਲਾਸ ਕਿੰਨਾ ਮੁਲਾਜ਼ਮ ਆ ਜੀ, ਉਹਨਾਂ ਦਾ ਇਸ ਗੱਲ ਦਾ ਧੰਨਵਾਦ ਕਰੂੰਗਾ। ਸਟ੍ਰਾਈਕ ਦੀ ਪਾਲਣਾ ਸਟ੍ਰਾਈਕ 'ਚ ਕਰਦੇ ਆ। ਨਾਗਰਿਕ ਹੋਣ ਹੋਏ ਸ਼ਹਿਰ ਦੇ ਤਾਂ ਤੁਹਾਡੇ ਮੁਲਾਜ਼ਮ ਨੇ ਇੱਕ ਸ਼ਹਿਰ ਦੇ ਨਾਗਰਿਕ ਹੁੰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਪਰ ਤੁਸੀਂ ਬੰਦਾ ਹੁਣੇ ਟੰਗ ਸਟਿਚਸ ਕਰਕੇ ਆਇਆ ਭਾਜੀ। ਐਡਾ ਮਾੜਾ ਕੰਮ ਕੀਤਾ ਹੈ ਤੁਹਾਡੇ ਤੇ FIR ਕਰਾਉਣ ਲਈ ਮੈਨੂੰ ਆਪਣੇ ਬਿਆਨ ਨਾ ਦੇਣੇ ਪੈ, ਡਾਕਟਰ ਸਾਹਿਬ ਦਊਂਗਾ। ਹੁਣ ਤੁਹਾਡਾ ਮੁਲਾਜ਼ਮ ਤਾਂ ਕੋਈ ਨਹੀਂ ਕਰਨ ਵਾਲਾ ਇੱਥੇ ਹੈਗਾ ਜੀ। ਸਵੇਰੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਨਾਲ ਮੈਂ ਗੱਲ ਕਰੂੰ ਕਿ ਆਹ ਸ਼ਰਾਬਾਂ ਪੀ ਕੇ ਤੁਸੀਂ ਸਿਵਲ ਹਸਪਤਾਲ ਚਲਾਣਾ। ਭਟਾਰਾ ਸਾਹਿਬ ਅਸੀਂ ਇੱਥੇ ਬੈਠੇ ਹੋਏ ਆ, ਗੱਲ ਸਟਾਫ ਹੈ ਨਹੀਂਗਾ। ਡਾਕਟਰ ਸਾਹਿਬ ਸਟਾਫ ਹੈ ਨਹੀਂ, ਮੇਰੇ ਕੋਲੋਂ ਕਰਾਓ। ਆ 2 ਮੁੰਡੇ ਸਾਡੇ ਕੋਲੋਂ ਕਰਾਓ, ਜੋ ਕਰਾਣਾ ਸਾਡੇ ਕੋਲੋਂ ਕਰਾਓ। ਅਸੀਂ ਸਰ ਸੁੱਤੇ ਉੱਠੇ, ਤੁਸੀਂ ਸ਼ਰਾਬ ਪੀ ਕੇ ਇੱਥੇ ਪੈ ਜਾਓ ਔਨ ਡਿਊਟੀ, ਤਾਂ ਤੁਸੀਂ ਕਹਿੰਦੇ ਸਟਾਫ ਹੈ ਨਹੀਂ। ਆਹ ਸ਼ਹਿਰ ਦਾ ਬੰਦਾ ਭਾਜੀ ਇਸ ਬੰਦੇ ਨੇ ਉਹਦੇ ਸਟਿਚਸ ਕੀਤੇ ਆ ਇਸ ਟਾਈਮ, ਇਸ ਬੰਦੇ ਨੇ। ਇਹ ਬੰਦਾ ਕਰਕੇ ਆਇਆ ਜਿਹੜਾ ਮੈਂ ਪੇਸ਼ੈਂਟ ਲੈ ਕੇ ਆਇਆ, ਜਿਹੜੀ ਗਰਭਵਤੀ ਮਹਿਲਾ ਮੈਂ ਛੱਡ ਕੇ ਆਇਆ ਆਪ। ਇਹ ਭਾਈ ਨੇ ਫੇਰ ਕੀਤੀ ਆ, ਇਹਨਾਂ ਨੇ ਫੇਰ ਆਪਣੀ ਇਨਸਾਨੀਅਤ ਦਿਖਾਈ ਆ। ਤੁਸੀਂ ਦੱਸੋ ਇਸ ਗੱਲ ਦਾ ਲੱਗਾ ਤੁਸੀਂ ਡਰਿੰਕ ਕੀਤੀ ਆ ਉੱਥੇ ਗਰਭਵਤੀ ਮਹਿਲਾ ਨੂੰ, ਇਹ ਬੰਦਾ ਆਪਣੀ ਕਾਰ 'ਚ ਛੱਡ ਕੇ ਆਇਆ ਕਿਸੇ ਹਸਪੀਟਲ। ਉਹ ਬੰਦੇ ਵੀ ਸਵੇਰੇ ਆਉਗੇ ਭਾਜੀ। ਚੱਲ ਯਾਰ ਚਲੀਏ, ਛੱਡੋ ਰਹਿ ਭਾਜੀ 2 ਮਿੰਟ ਸਰ ਨਾ ਕਰਿਓ। ਪਤਾ ਕੀ ਹੈ ਜੀ ਭਾਜੀ, ਤੁਹਾਡਾ ਇਹਦੇ ਵਿੱਚ ਕੋਈ ਕਸੂਰ ਨਹੀਂਗਾ ਭਾਜੀ, ਤੁਹਾਡਾ ਇਹਦੇ ਵਿੱਚ ਮੈਂ ਕਹਿੰਦਾ ਕੋਈ ਕਸੂਰ ਨਹੀਂਗਾ, ਛੱਡੋ ਤੁਸੀਂ। ਸ਼ਰਾਬ ਪੀਣੀ ਚਾਹੀਦੀ ਜੀ ਇਹੋ ਜਿਹੇ ਡਾਕਟਰ ਨੂੰ। ਅਸੀਂ ਰਿਗਾਰਡ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੇ। ਮੈਂ ਕਿਹਾ ਮੰਨੋ ਤਾਂ ਸਹੀ, ਆਪਾਂ ਘਰਾਂ ਨੂੰ ਚੰਗੇ ਹੁਣ ਨਹੀਂ ਖਰਾ ਨਹੀਂ ਲੱਗ ਰਿਹਾ ਜੀ ਇੱਥੇ, ਜਦ ਹੈ ਹੀ ਕੋਈ ਨਹੀਂ ਦੇਖਣ ਵਾਲਾ ਤਾਂ ਕਿਹਨੂੰ ਦੇਖ ਲਈਏ। ਆ ਰਿਸ਼ੂ ਗਗਨ ਆ ਮੇਰੇ ਸਾਹਮਣੇ ਜੀ, ਦੱਸੋ ਜੀ ਕੀ ਗੱਲ ਹੋਈ ਸੀ ਜੀ? ਜਨਾਬ ਕੁਛ ਨਹੀਂ, ਅਸੀਂ ਤਾਂ ਆਏ ਸੀਗੇ ਆਪਣਾ ਪੇਸ਼ੈਂਟ ਲੈ ਕੇ ਜੀ। ਉਹਦੇ ਕਿਤੇ ਕੁੱਤੇ ਨੇ ਜਾਂ ਪਿੱਛੇ ਭੱਜ ਕੇ ਜਾਂ ਉਹਦੇ ਕੋਈ ਚੀਜ਼ ਨਾਲ ਕੱਟ ਲੱਗ ਗਿਆ ਪੂਰੀ ਲੱਤ ਤੇ, ਮਤਲਬ ਲੱਤ ਸਟੈਚਿਸ ਲੱਗਣ ਦੇ ਵੀ ਚਾਂਸਿਸ ਸੀਗੇ ਪੂਰੇ ਜੀ। ਇੱਥੇ ਆਏ ਜੀ ਅੰਦਰ, ਅਸੀਂ ਸਾਨੂੰ ਆ ਕੇ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ ਸਕਦੇ, ਸਾਡੀ ਸਟ੍ਰਾਈਕ ਚੱਲਦੀ ਪਈ ਆ। ਪਹਿਲਾਂ ਤਾਂ ਉੱਠੇ ਹੀ ਨਹੀਂ। ਇਮੀਡੀਏਟਲੀ ਬਾਹਰ ਅਸੀਂ ਜਦੋਂ ਦੇਖੀ ਐਂਬੂਲੈਂਸ ਖੜੀ 108 ਜੀ, 108 ਦੇ ਵਿੱਚੋਂ ਜੀ ਇੱਕ ਗਰਭਵਤੀ ਮਹਿਲਾ ਅੰਦਰ ਲੈ ਕੇ ਜਾਂਦੇ ਪਏ ਆ ਜੀ। ਉਹ ਸਾਰਾ ਹਸਪੀਟਲ ਘੁਮਾ ਕੇ ਬਾਹਰ ਵਾਪਸ ਲੈ ਕੇ ਆਉਂਦੇ ਪਏ ਜੀ। ਪੁੱਛਿਆ ਉਹਨਾਂ ਨੂੰ ਕੀ ਗੱਲ ਹੈ ਜੀ, ਡਾਕਟਰ ਇੱਥੇ ਕੋਈ ਨਹੀਂ ਹੈਗਾ, ਕਿਸੇ ਨੇ ਉਹਨਾਂ ਦਾ ਕੋਈ ਪੁੱਛਿਆ ਨਹੀਂ, ਕੁਝ ਕਿਹਾ ਨਹੀਂ, ਐਂਬੂਲੈਂਸ ਛੱਡ ਕੇ ਆਪਣੀ ਚੱਲ ਗਈ ਜੀ। ਈਵਨ ਕਿ ਇੱਥੇ ਹੋਰ ਵੀ ਕੋਈ ਵੀ ਵਹੀਕਲ ਨਹੀਂ ਹੈਗਾ ਜਿੱਤੇ ਅਸੀਂ ਉਹਨਾਂ ਨੂੰ ਛੱਡ ਕੇ ਘਰੇ ਜਾਂ ਕੋਈ ਪ੍ਰਾਈਵੇਟ ਹਸਪੀਟਲ ਛੱਡ ਕੇ ਆਈਏ। ਐਮਰਜੈਂਸੀ ਦੇ ਵਿੱਚ ਮੈਂ ਆਪਣੀ ਕਾਰ ਕੱਢ ਕੇ ਲੈ ਕੇ ਆਇਆ ਜੀ ਘਰੋਂ। ਧੁੰਦ ਤੁਸੀਂ ਦੇਖ ਸਕਦੇ ਕਿੰਨੀ ਕੁ ਪਈ ਹੈ ਤੇ ਕਿੰਨੀ ਕੁ ਨਹੀਂ ਪਈ। ਮੈਂ ਛੱਡ ਕੇ ਆਇਆ ਜੀ, ਉੱਤੋਂ ਆ ਕੇ ਸਾਨੂੰ ਇਹਨਾਂ ਦੇ ਮੁਲਾਜ਼ਮ ਇਹ ਗੱਲ ਕਹਿੰਦੇ ਪਏ ਆ ਕਿ ਸਾਡੇ ਤੇ ਕੋਈ ਵੀ ਐਕਸ਼ਨ ਨਹੀਂ ਆ ਸਕਦਾ ਜਾਂ ਅਸੀਂ ਕੁਝ ਨਹੀਂ ਕਰ ਸਕਦੇ, ਸਾਡੀ ਸਟ੍ਰਾਈਕ ਚੱਲਦੀ ਪਈ ਆ। ਜੇ ਸਟ੍ਰਾਈਕ ਚੱਲਦੀ ਪਈ ਆ, ਮੈਂ ਸਰਕਾਰ ਤੋਂ ਇੱਕੋ ਮੰਗ ਕਰਦਾ ਹਾਂ ਕਿ ਜਨਾਨੀ ਮਰ ਜਾਵੇ, ਉਹਦਾ ਬੱਚਾ ਮਰ ਜਾਵੇ, ਉਹਦੇ ਜ਼ਿੰਮੇਵਾਰ ਸਰਕਾਰੀ ਹਸਪਤਾਲ ਹੈਗਾ ਆ। ਜੇ ਸਰਕਾਰੀ ਹਸਪਤਾਲ ਸਟ੍ਰਾਈਕ ਚੱਲਦੀ ਪਈ ਆ ਨਾ, ਮੈਂ ਕਹਿੰਦਾ ਕਿ ਇਹਨਾਂ ਨੂੰ ਜਿੰਨੀ ਦੇਰ ਤੱਕ ਸਟ੍ਰਾਈਕ ਚੱਲਦੀ ਪਈ ਆ, ਇਹਨਾਂ ਦੀ ਤਨਖਾਹ ਨਹੀਂ ਆਣੀ ਚਾਹੀਦੀ। ਇਹਨਾਂ ਨੂੰ ਤਨਖਾਹ ਇੱਕ ਸਟ੍ਰਾਈਕ 4 ਦਿਨਾਂ ਦੀ, ਇਹਨਾਂ ਨੂੰ 4 ਮਹੀਨੇ ਤਨਖਾਹ ਨਹੀਂ ਪੈਣੀ ਚਾਹੀਦੀ। 4 ਦਿਨਾਂ ਦੇ ਵਿੱਚ, 4 ਮਹੀਨਿਆਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਇੱਥੇ। ਕੋਈ ਸਾਡੇ ਵਰਗੇ ਪੇਸ਼ੈਂਟ ਵੀ ਆ ਸਕਦੇ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਕੋਈ ਮਹਿਲਾ ਵੀ ਆ ਸਕਦੀ, ਕੁਝ ਵੀ ਹੋ ਸਕਦਾ ਆ। ਜੇ ਅੱਜ ਇੱਕ ਬੱਚਾ ਗਿਆ ਹੈ, ਕੱਲ 20 ਬੱਚੇ ਵੀ ਜਾ ਸਕਦੇ ਆ। ਇਹਨਾਂ ਦੀ ਕੀ ਨਾਮ ਜੀ ਆਪਣਾ? ਆਦਿੱਤੇ ਭਟਾਰਾ। ਆਦਿੱਤੇ ਭਟਾਰਾ ਜੀ, ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਤੁਹਾਡੀ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਦੌਰਾ ਕੀਤਾ, ਕੀ ਕਾਰਨ ਸੀਗਾ ਇਹ? ਕਾਰਨ ਇਹ ਸੀ ਤਕਰੀਬਨ ਰਾਤੀ 1:15 ਦਾ ਵਕਤ ਹੋਣਾ ਜੀ, ਮੈਨੂੰ ਟੈਲੀਫੋਨ ਆਇਆ ਸਿਵਲ ਹਸਪੀਟਲ ਤੋਂ। ਆਪਣੇ ਲੋਕਲ ਕਾਲੀਆਂ ਮਹੱਲੇ ਤੋਂ 2 ਲੜਕੇ ਸੀਗੇ ਜੀ। ਉਹਨਾਂ ਦੇ ਮਹੱਲੇ ਦਾ ਕੋਈ ਲੜਕਾ ਹੋਊਗਾ ਜੀ, ਉਹ ਤੇ ਕਿਤੇ ਸੱਟ ਲੱਗ ਗਈ, ਉਹ ਪੱਟੀ ਕਰਵਾਉਣ ਲਈ ਉੱਥੇ ਗਏ। ਉਹਨਾਂ ਨੇ ਉੱਥੇ ਜਾਂਦਿਆਂ ਨੇ ਦੇਖਿਆ ਕਿ ਇੱਕ 108 ਨੰਬਰ ਕਿਹੜੀ ਐਂਬੂਲੈਂਸ ਆ, ਉਹ ਇੱਕ ਗਰਭਵਤੀ ਮਹਿਲਾ ਨੂੰ ਲੈ ਕੇ ਆਈ ਆ, ਉੱਥੇ ਛੱਡ ਕੇ ਚਲੀ ਗਈ। ਔਰ ਉੱਥੇ ਇੱਕ ਵੀ ਡਾਕਟਰ ਅਵੇਲੇਬਲ ਨਹੀਂ, ਕੋਈ ਬੰਦਾ ਉੱਥੇ ਅਵੇਲੇਬਲ ਨਹੀਂ, ਕੋਈ 4 ਕਲਾਸ ਨਹੀਂ, ਕੋਈ ਬੰਦਾ ਉੱਥੇ ਅਵੇਲੇਬਲ ਨਹੀਂ ਸੀਗਾ। ਤਾਂ ਉਹ ਐਕਸਪੈਕਟਿੰਗ ਮਦਰ ਸੀਗੀ। ਹਾਲਾਤ ਇੱਦਾਂ ਸੀ ਕਿ ਡਿਲੀਵਰੀ ਕੇਸ ਸੀਗਾ। ਤਾਂ ਉਹ ਬਾਹਰ ਐਡੀ ਧੁੰਦ ਦੇ ਵਿੱਚ ਉਹ ਔਰ ਉਹਦੀ ਫੈਮਿਲੀ ਖੜੀ ਰਹੀ। ਆਪਣੇ ਲੋਕਲ ਨਕੋਦਰ ਦੇ ਮੁੰਡਿਆਂ ਨੇ ਉਹਨਾਂ ਨੂੰ ਕਾਰ ਦੇ ਵਿੱਚ ਛੱਡ ਕੇ ਕਿਸੇ ਪ੍ਰਾਈਵੇਟ ਹਸਪੀਟਲ 'ਚ ਲੈ ਕੇ ਗਏ। ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਤਾਂ ਮੈਂ ਮੌਕੇ 'ਤੇ ਜਦੋਂ ਗਿਆ ਉੱਥੇ ਅਸੀਂ 15 ਤੋਂ 20 ਮਿੰਟ ਪੁੱਛਿਆ ਕਿ ਡਾਕਟਰ ਸਾਹਿਬ ਕਿੱਥੇ ਨੇ, ਕੋਈ ਵੀ ਡਾਕਟਰ ਹੋਣਾ ਤਾਂ ਚਾਹੀਦਾ ਜੀ। ਉਹ ਕਹਿੰਦੇ ਜੀ ਡਾਕਟਰ ਸਾਹਿਬ ਆਉਂਦੇ ਨੇ। ਜਿਸ ਵਕਤ ਅਸੀਂ ਅਚਾਨਕ ਉੱਧਰ ਰੂਮਸ ਵੱਲ ਗਏ ਤਾਂ ਡਾਕਟਰ ਦੀ ਕੰਡੀਸ਼ਨ ਦੇਖੀ ਕਿ ਇੱਕਦਮ ਆਪ ਸੁੱਤੇ ਪਏ ਔਰ ਮਰੀਜ਼ ਬਾਹਰ। ਐਕਸਪੈਕਟਿੰਗ ਮਦਰ ਕਰਕੇ ਦੁੱਖ ਲੱਗਾ ਕਿ ਅਸੀਂ ਇੱਕ ਹਿੰਦੁਸਤਾਨ ਇਹੋ ਜਿਹਾ ਦੇਸ਼ ਆ
ਕਿ ਸਾਰੀਆਂ ਕੰਟਰੀਜ਼ ਕਿਹੜੀਆਂ ਇਹਨੂੰ ਦੇਖਦੀਆਂ ਨੇ ਕਿ ਅਸੀਂ ਇੱਕ ਦੂਸਰੇ ਦੇ ਮਦਦਗਾਰ ਹੁੰਨੇ ਆ। ਇਹ ਕੀ ਅਸੀਂ ਸੇਧ ਦੇ ਰਹੇ ਹਾਂ? ਡਾਕਟਰ ਇੱਕ ਰੱਬ ਦਾ ਰੂਪ ਹੁੰਦਾ ਜੀ। ਔਰ ਜੇਕਰ ਡਾਕਟਰ ਨੂੰ ਇੰਨਾ ਹੀ ਨਹੀਂ ਪਤਾ, ਉੱਠੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਕੌਣ ਹੈਗਾ ਆ, ਜਾਂ ਕੋਈ ਬੰਦਾ ਆਇਆ, ਮੈਂ ਉਹਨਾਂ ਨੂੰ ਕਿਹਾ ਕਿ ਇੱਕ ਐਕਸਪੈਕਟਿੰਗ ਮਦਰ ਕਿਹੜੀ ਗਰਭਵਤੀ ਮਹਿਲਾ ਹੈਗੀ ਆ, ਉਹ ਡਿਲੀਵਰੀ ਕੇਸ ਹੈਗਾ ਆ ਕਿ ਉਹਨਾਂ ਦੇ ਪੇਨਸ ਸਟਾਰਟ ਹੋਈਆਂ ਨੇ, ਤੁਸੀਂ ਉਹਨਾਂ ਨੂੰ ਦੇਖਿਆ ਕਿ ਉਹਨੇ 1 ਘੰਟਾ ਹੋ ਗਿਆ ਆ ਕਿ ਉਹ ਵਿਚਾਰੇ ਤੜਪਦੇ ਜੇ ਮੁੰਡੇ ਹੀ ਰੱਬ ਦਾ ਰੂਪ ਬਣ ਕੇ ਆਏ ਆ ਕਿ ਇੱਦਾਂ ਦੀ ਕੰਡੀਸ਼ਨ ਤੁਸੀਂ ਕਰ ਦੋਗੇ। ਉਹ ਵਿਚਾਰਿਆਂ ਕੋ ਉੱਠ ਨਹੀਂ ਹੋ ਰਿਹਾ ਸੀ ਡਾਕਟਰ ਸਾਹਿਬ ਕੋ। ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਕਿਸੇ ਫੰਕਸ਼ਨ ਨੂੰ ਅਟੈਂਡ ਕਰਕੇ ਆਏ ਹੋ, ਤੁਸੀਂ ਜੇ ਬਾਈ ਚਾਂਸ ਡਰਿੰਕ ਕੀਤੀ ਹੋ ਤਾਂ ਤੁਹਾਨੂੰ ਐਸਐਮਓ ਦੇ ਕੋਲੋਂ ਛੁੱਟੀ ਲੈਣੀ ਚਾਹੀਦੀ ਹੈ। ਇੱਕ ਸਿਵਲ ਹਸਪੀਟਲ 'ਚ ਜ਼ਿੰਮੇਵਾਰੀ ਵਾਲੀ ਸੀਟ ਆ ਇਹ, ਤਾਂ ਔਰ ਅਸੀਂ ਪੂਰਾ ਹਸਪਤਾਲ ਹੀ ਖਾਲੀ ਛੱਡਿਆ ਜੀ। ਇਹ ਬੜੀ ਬਦਕਿਸਮਤੀ ਦੀ ਗੱਲ ਆ। ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦਾ ਕਿ ਇੱਦਾਂ ਦੇ ਡਾਕਟਰਾਂ ਤੇ FIR ਲੌਜ ਹੋਣੀ ਚਾਹੀਦੀ ਹੈ, ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਕਿ ਇੱਕ ਆਮ ਬੰਦੇ ਦੀ ਪਰੇਸ਼ਾਨੀ ਕੀ ਹੁੰਦੀ ਹੈ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੈਂ ਸਿਰਫ ਇਹੀ ਮੰਗ ਕਰਦਾ ਜੀ, ਅਸੀਂ ਇੱਕਦਮ ਤਾਂ ਕਹਿ ਦਿੰਦੇ ਹਾਂ ਕਿ ਅਟੈਕ ਹੋਇਆ, 307 ਦੀ ਧਾਰਾ ਲੱਗ ਗਈ। ਇਹ 2 ਜਾਨਾਂ ਜੀ, ਮਾਂ ਔਰ ਬੱਚੇ ਦੀ, ਇਹਦੀ ਰਿਸਪੌਂਸਿਬਿਲਟੀ ਕੀ ਹੈ? ਡਾਕਟਰ ਨੂੰ ਬਾਉਂਡ ਕਰਨਾ ਚਾਹੀਦਾ ਜੀ, ਔਰ ਡਾਕਟਰ ਤੇ FIR ਹੋਣੀ ਚਾਹੀਦੀ ਹੈ, ਤਾਂ ਸਸਪੈਂਡ ਹੋਣਾ ਚਾਹੀਦਾ ਕਿ ਆਮ ਵੀ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਹਿੰਦੁਸਤਾਨ ਦੀ ਕਿਹੜੇ ਹਾਲਾਤ ਨੇ, ਉਹ ਐਡੇ ਮਾੜੇ ਨਹੀਂ ਰਹਿ ਗਏ। ਤੇ ਇਹਦੀ ਕੋਈ ਕੰਪਲੇਂਟ ਵੀ ਕੀਤੀ ਤੁਸੀਂ? ਹਾਂਜੀ, ਮੈਂ 104 ਤੇ ਇਹਦੀ ਕੰਪਲੇਂਟ ਕੀਤੀ ਹੈ, ਬਾਈ ਨੇਮ ਕੀਤੀ ਹੈ ਕਿ ਇੱਥੇ ਰਿਜ਼ਲਟ ਮਿਲਿਆ? ਰਿਜ਼ਲਟ ਦੇਖੋ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਦੇਖਣ ਨਾ ਹੋਇਆ ਤਾਂ ਅਸੀਂ ਮੂਵ ਕਰਾਂਗੇ, ਕੋਰਟ 'ਚ ਜਾਵਾਂਗੇ ਜੇਕਰ ਹੈਲਥ ਡਿਪਾਰਟਮੈਂਟ ਇੱਥੇ ਕਾਰਵਾਈ ਨਹੀਂ ਕਰਦਾ।